ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਈਮੈਕਸ ਦੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ ਔਰ ਆਪਣੀ ਟੀਵੀ ਸਕਰੀਨ ਦੇ ਉੱਤੇ ਉਹਨਾਂ ਦੇ ਫੋਨ ਨੰਬਰ ਵੀ ਦੇਖ ਸਕਦੇ ਹੋ। ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਨੇ ਮਿਸੀਸਾਗਾ ਦੇ ਪੀਅਰਸਨ ਹਵਾਈ ਅੱਡੇ ਤੋਂ ਭਾਰਤ ਲਈ ਅਨਲਿਮਿਟਿਡ ਉਡਾਣਾਂ ਦੀ ਸ਼ੁਰੂਆਤ। ਕੈਨੇਡਾ ਦੀ ਇਮੀਗ੍ਰੇਸ਼ਨ ਦਾ ਬੈਕਲੌਗ ਹੋਇਆ ਖਤਮ। ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਭਾਰਤ ਵੱਲੋਂ ਕੈਨੇਡਾ ਦੇ ਨਾਲ ਚਰਚਾ। ਗੈਰ ਕਾਨੂੰਨੀ ਪ੍ਰਵਾਸ ਰੋਕਣ ਦੇ ਲਈ ਬਰਤਾਨੀਆ ਤੇ ਫਰਾਂਸ ਵਿਚਾਲੇ ਸਮਝੌਤਾ। ਰਾਸ਼ਟਰਪਤੀ ਬਾਈਡਨ ਨੇ G20 ਸੰਮੇਲਨ ਤੋਂ ਵੱਖ ਚੀਨੀ ਹਮਰੁਤਬਾ ਨਾਲ ਕੀਤੀ ਮੁਲਾਕਾਤ। ਅਮਰੀਕਾ ਦੇ ਕੈਂਟਕੀ ਦੇ ਵਿੱਚ ਹਾਦਸਾਗ੍ਰਸਤ ਹੋਈ ਸਕੂਲ ਬੱਸ, 18 ਬੱਚੇ ਜ਼ਖਮੀ। ਅਮਰੀਕਾ 'ਚ ਇਦਾਹੋ ਯੂਨੀਵਰਸਿਟੀ ਕੰਪਲੈਕਸ ਨੇੜੇ ਇੱਕ ਮਕਾਨ 'ਚੋਂ ਮਿਲੀਆਂ 4 ਲਾਸ਼ਾਂ, ਫੈਲੀ ਸਨਸਨੀ। ਅਮਰੀਕਾ ਹੁਣ ਰੂਸ ਦੇ ਫੌਜੀ ਖਰੀਦ ਨੈਟਵਰਕ ਤੇ ਚੁੱਕੇਗਾ ਵੱਡੇ ਕਦਮ। ਅਮਰੀਕਾ ਯੂਕਰੇਨ ਦੀ ਮਦਦ ਕਰਨਾ ਰੱਖੇਗਾ ਜਾਰੀ। ਅਮਰੀਕਾ ਦੇ ਵਿੱਚ ਫਿਰ ਹੋਈ ਗੋਲੀਬਾਰੀ, 3 ਹਲਾਕ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੈਨੇਡਾ ਤੇ ਭਾਰਤ ਵਿਚਕਾਰ ਹਵਾਈ ਯਾਤਰਾ ਲਈ ਹੋਰ ਵਿਕਲਪਾਂ ਦੀ ਉਮੀਦ ਕਰ ਸਕਦੇ ਹੋ, ਕਿਉਂਕਿ ਮਿਸੀਸਾਗਾ ਤੇ ਬਰੈਂਪਟਨ ਵਰਗੇ GTA ਭਾਈਚਾਰਿਆਂ ਨੂੰ ਬੰਬਈ, ਬੈਂਗਲੁਰੂ ਤੇ ਹੋਰ ਬਹੁਤ ਸਾਰੀਆਂ ਭਾਰਤੀ ਮੰਜ਼ਿਲਾਂ ਨਾਲ ਜੋੜਨ ਦੇ ਲਈ ਅਸੀਮਤ ਉਡਾਣਾਂ ਦੀ ਸ਼ੁਰੂਆਤ ਕੀਤੀ ਹੈ। ਫੈਡਰਲ ਸਰਕਾਰ ਨੇ ਭਾਰਤ ਦੇ ਨਾਲ ਇੱਕ ਨਵਾਂ ਸੌਦਾ ਕੀਤਾ ਹੈ, ਜਿਸ ਨਾਲ ਮਨੋਨੀਤ ਏਅਰਲਾਈਨਾਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਅਸੀਮਤ ਗਿਣਤੀ 'ਚ ਉਡਾਣਾਂ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਪਿਛਲੇ ਸਮਝੌਤੇ ਤੋਂ ਇੱਕ ਬਹੁਤ ਵੱਡਾ ਵਾਧਾ ਹੈ, ਜਿਸ ਨੇ ਹਰੇਕ ਦੇਸ਼ ਨੂੰ ਪ੍ਰਤੀ ਹਫ਼ਤੇ ਕੇਵਲ 35 ਉਡਾਣਾਂ ਤੱਕ ਸੀਮਤ ਕੀਤਾ ਸੀ। ਮਿਸੀਸਾਗਾ ਦੇ MPP ਤੇ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਸੋਮਵਾਰ ਨੂੰ ਮਿਸੀਸਾਗਾ ਦੇ ਪੀਅਰਸਨ ਹਵਾਈ ਅੱਡੇ ਤੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਨਵਾਂ ਸਮਝੌਤਾ ਏਅਰਲਾਈਨਾਂ ਲਈ ਫਾਇਦੇਮੰਦ ਹੋਏਗਾ। ਅਲਬਗਰਾ ਨੇ ਕਿਹਾ, ਵਸਤਾਂ ਤੇ ਲੋਕਾਂ ਦੀ ਆਵਾਜਾਈ ਨੂੰ ਤੇਜ਼ ਅਤੇ ਆਸਾਨ ਬਣਾ ਕੇ ਇਹ ਵਿਸਤ੍ਰਿਤ ਸਮਝੌਤਾ ਕੈਨੇਡਾ ਤੇ ਭਾਰਤ ਵਿਚਕਾਰ ਵਪਾਰ ਤੇ ਨਿਵੇਸ਼ ਦੀ ਸਹੂਲਤ ਜਾਰੀ ਰੱਖੇਗਾ ਤੇ ਸਾਡੇ ਕਾਰੋਬਾਰਾਂ ਨੂੰ ਵਧਣ ਤੇ ਸਫਲ ਹੋਣ ਵਿੱਚ ਮਦਦ ਕਰੇਗਾ। ਫੈਡਰਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਮੌਜੂਦਾ ਹਵਾਈ ਆਵਾਜਾਈ ਸੰਬੰਧਾਂ ਦਾ ਵਿਸਤਾਰ ਕਰਨ ਨਾਲ ਏਅਰਲਾਈਨਸ ਨੂੰ ਵਧੇਰੇ ਫਲਾਈਟ ਵਿਕਲਪ ਅਤੇ ਰੂਟਿੰਗ ਪੇਸ਼ ਕਰਨ ਦੀ ਆਗਿਆ ਮਿਲੇਗੀ, ਜਿਸ ਨਾਲ ਯਾਤਰੀਆਂ ਅਤੇ ਕਾਰੋਬਾਰਾਂ ਦੋਵਾਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰਕੇ ਫਾਇਦਾ ਹੋਵੇਗਾ। ਭਾਰਤ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਆਵਾਜਾਈ ਬਾਜ਼ਾਰ ਹੈ। ਸਮਝੌਤਾ ਕੈਨੇਡੀਅਨ ਏਅਰ ਕੈਰੀਅਰਾਂ ਨੂੰ ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ ਅਤੇ ਬੰਬਈ ਤੱਕ ਫਲਾਈਟ ਦਿੰਦਾ ਹੈ, ਜਦੋਂ ਕਿ ਭਾਰਤੀ ਹਵਾਈ ਜਹਾਜ਼ਾਂ ਨੂੰ ਟੋਰਾਂਟੋ, ਮੌਂਟਰੀਅਲ, ਐਡਮਿੰਟਨ, ਵੈਨਕੂਵਰ ਅਤੇ ਭਾਰਤ ਦੁਆਰਾ ਚੁਣੇ ਜਾਣ ਵਾਲੇ 2 ਹੋਰ ਸਥਾਨਾਂ ਤੱਕ ਪਹੁੰਚ ਹੋਏਗੀ। ਐਨਜੀ ਨੇ ਕਿਹਾ ਹੈ ਕਿ ਵਿਸਤ੍ਰਿਤ ਹਵਾਈ ਆਵਾਜਾਈ ਸਮਝੌਤਾ ਕੈਨੇਡਾ ਅਤੇ ਭਾਰਤ ਵਿਚਕਾਰ ਵਧੇਰੇ ਪੇਸ਼ੇਵਰਾਂ, ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਲਿਜਾਣ ਵਿੱਚ ਮਦਦ ਕਰੇਗਾ। ਨਵਾਂ ਸਮਝੌਤਾ ਬਰੈਂਪਟਨ ਦੀ ਸੰਸਦ ਮੈਂਬਰ ਰੂਬੀ ਸਹੋਤਾ ਵੱਲੋਂ ਪੀਅਰਸਨ ਹਵਾਈ ਅੱਡੇ ਤੋਂ ਭਾਰਤੀ ਰਾਜ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਕਰਨ ਤੋਂ 6 ਮਹੀਨੇ ਬਾਅਦ ਹੋਇਆ। ਹਾਲਾਂਕਿ ਸਮਝੌਤੇ ਨੇ ਪੰਜਾਬ ਦੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਨੂੰ ਜੋੜਿਆ ਨਹੀਂ ਹੈ। ਪੰਜਾਬ ਦੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ 244 ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਜਾਏਗਾ। ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਮੱਧਮ ਚਾਲ ਤੇ ਲੋਕਾਂ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਵੀਜ਼ਿਆਂ 'ਚ ਆਈ ਖੜੌਤ ਨੂੰ ਲੈ ਕੇ ਕਈ ਮੈਂਬਰ ਪਾਰਲੀਮੈਂਟ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਘੇਰਿਆ ਹੋਇਆ ਸੀ ਤੇ ਬੀਤੇ ਦਿਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੱਡਾ ਐਲਾਨ ਕਰਕੇ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਦਾ ਬੈਕਲੌਗ ਹੁਣ ਖਤਮ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਨੇ ਆਪਣੇ ਸਟਾਫ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਹੁਣ ਲਾਈਨ ਵਿੱਚ ਲੱਗੇ ਵੀਜ਼ੇ, ਜਿਨ੍ਹਾਂ ਵਿੱਚ ਸੁਪਰ ਵੀਜ਼ਾ, ਬੱਚਿਆਂ ਵੱਲੋਂ ਬੁਲਾਏ ਜਾਣ ਵਾਲੇ ਮਾਪੇ ਤੇ ਸਪਾਊਸ ਵੀਜ਼ੇ, ਵਿਜ਼ਿਟਰ ਵੀਜ਼ਿਆਂ ਦੀਆਂ ਫਾਈਲਾਂ ਦਾ ਨਿਪਟਾਰਾ ਬੜੀ ਜਲਦੀ ਹੋਏਗਾ ਤੇ ਦਸੰਬਰ ਦੇ ਅਖੀਰ ਤੱਕ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ ਤੇ ਹੁਣ ਉਹਨਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਏਗਾ। ਕੈਨੇਡਾ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ 5 ਵੱਡੇ ਐਲਾਨ ਕਰਨ ਜਾ ਰਹੀ ਹੈ, ਜਿਸ ਨਾਲ ਸਥਾਈ ਲੋਕਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭਾਰੀ ਲਾਭ ਹੋਏਗਾ ਤੇ ਕੈਨੇਡਾ ਦੀ ਆਰਥਿਕਤਾ ਮਜ਼ਬੂਤ ਹੋਏਗੀ। ਉਹਨਾਂ ਨੇ ਕਿਹਾ ਕਿ ਅਗਲੇ ਸਾਲ ਉਹ 14 ਲੱਖ ਲੋਕਾਂ ਨੂੰ ਕੈਨੇਡਾ ਦੀ PR ਦੇਣ ਜਾ ਰਹੇ ਨੇ, ਜਿਨ੍ਹਾਂ ਵਿੱਚ ਸਕਿੱਲ ਨਾਲ ਜੁੜੇ ਲੋਕਾਂ ਨੂੰ ਪਹਿਲ ਦਿੱਤੀ ਜਾਏਗੀ। ਉਧਰ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਇਸ ਐਲਾਨ ਦੇ ਹੁੰਦੇ ਹੀ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਵੱਖ-ਵੱਖ ਵਰਕ ਪਰਮਿਟਾਂ ਤੇ ਕੰਮ ਕਰਦੇ ਕੱਚੇ ਕਾਮਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਹੁਤ ਸਾਰੇ ਕਾਮੇ ਜਿਹੜੇ 10 ਸਾਲਾਂ ਤੋਂ ਵਰਕ ਪਰਮਿਟ ਤੇ ਕੰਮ ਕਰਕੇ ਭਾਰੀ ਟੈਕਸ ਜਮ੍ਹਾਂ ਕਰਾ ਚੁੱਕੇ ਨੇ ਤੇ ਅੰਗਰੇਜ਼ੀ ਭਾਸ਼ਾ ਵਿੱਚ ਮਜ਼ਬੂਤ ਨਾ ਹੋਣ ਕਾਰਨ ਉਹ PR ਨਹੀਂ ਹੋ ਸਕੇ, ਉਹਨਾਂ ਨੂੰ PR ਪਾਉਣ ਦੇ ਮੌਕੇ ਦਿੱਤੇ ਜਾਣ ਤੇ ਉਹਨਾਂ ਵਿੱਚ ਬਹੁਤ ਜ਼ਿਆਦਾ ਸਕਿੱਲ ਸਿਸਟਮ ਨਾਲ ਜੁੜੇ ਨੇ।
ਇਸ ਮੁੱਦੇ ਨੂੰ ਲੈ ਕੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਪ੍ਰਧਾਨ ਮੰਤਰੀ ਕੋਲੋਂ ਸਮਾਂ ਵੀ ਲੈ ਚੁੱਕੇ ਨੇ। ਜੇਕਰ ਸਰਕਾਰ ਇਹਨਾਂ ਲੋਕਾਂ ਦੀ ਅਪੀਲ ਸੁਣ ਲੈਂਦੀ ਹੈ ਤਾਂ ਲਗਭਗ 10 ਲੱਖ ਕਾਮਿਕ ਨੰਬਰ ਦੇ ਕੈਨੇਡੀਅਨ ਬਣ ਸਕਦੇ ਨੇ। ਭਾਰਤੀ ਨਾਗਰਿਕਾਂ ਨੂੰ ਕੈਨੇਡੀਅਨ ਵੀਜ਼ਾ ਤੇ ਵਰਕ ਪਰਮਿਟ ਜਾਰੀ ਕਰਨ ਵਿੱਚ ਦੇਰੀ ਤੇ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਕੌਂਸਲਰ ਵਾਰਤਾ ਦੌਰਾਨ ਪ੍ਰਮੁਖਤਾ ਨਾਲ ਰੱਖਿਆ ਗਿਆ। ਇਸ ਸੰਬੰਧੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕੈਨੇਡਾ 'ਚ ਭਾਰੀ ਨਾਗਰਿਕਾਂ ਦੀ ਗ੍ਰਿਫਤਾਰੀ, ਮੌਤ ਦੇ ਮਾਮਲੇ 'ਚ ਭਾਰਤੀਆਂ ਨੂੰ ਸਹਾਇਤਾ, ਹਸਪਤਾਲ ਵਿੱਚ ਭਰਤੀ ਤੇ ਐਮਰਜੈਂਸੀ ਦੇ ਨਾਲ-ਨਾਲ ਉਸ ਦੇਸ਼ ਵਿੱਚ ਭਰਤੀਆਂ ਦੀ ਸੁਰੱਖਿਆ ਬਾਰੇ ਜਾਣਕਾਰੀ ਸਾਂਝੀ ਕਰਨਾ ਵੀ ਚਰਚਾ ਦਾ ਹਿੱਸਾ ਸੀ। ਦੋਵਾਂ ਧਿਰਾਂ ਨੇ ਧੋਖਾਧੜੀ ਵਾਲੇ ਇਮੀਗ੍ਰੇਸ਼ਨ ਤੇ ਟਰੈਵਲ ਏਜੰਟਾਂ ਤੇ ਜਾਲੀ ਨੌਕਰੀ ਦੀਆਂ ਪੇਸ਼ਕਸ਼ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆ ਨਾਲ ਸੰਬੰਧਿਤ ਮਾਮਲਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਦਿੱਲੀ 'ਚ ਹੋਈ ਦੂਜੀ ਭਾਰਤ ਕੈਨੇਡਾ ਕੌਂਸਲਰ ਵਾਰਤਾ ਦੌਰਾਨ ਹਵਾਲਗੀ ਤੇ ਅਪਰਾਧਕ ਮਾਮਲਿਆਂ 'ਚ ਆਪਸੀ ਕਾਨੂੰਨੀ ਸਹਾਇਤਾ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵੀ ਸਹਿਮਤ ਹੋਈਆਂ। ਬਰਤਾਨੀਆ ਤੇ ਫਰਾਂਸ ਦੇ ਗ੍ਰਹਿ ਮੰਤਰੀਆਂ ਨੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ, ਜਿਸ ਤਹਿਤ ਉੱਤਰੀ ਫਰਾਂਸ ਦੇ ਤੱਟਾਂ ਤੇ ਪੁਲਿਸ ਦੀ ਗਸ਼ਤ ਵਧਾਈ ਜਾਏਗੀ ਅਤੇ ਛੋਟੀਆਂ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਨੂੰ ਰੋਕਣ ਦਾ ਯਤਨ ਕੀਤਾ ਜਾਏਗਾ। ਸਮਝੌਤੇ ਤਹਿਤ ਫਰਾਂਸ ਵੱਲੋਂ ਤੱਟ ਤੇ ਸਮੁੰਦਰੀ ਸੁਰੱਖਿਆ ਵਿੱਚ 40% ਵਾਧਾ ਕੀਤਾ ਜਾਏਗਾ, ਜਿਸ ਬਦਲੇ ਬਰਤਾਨਵੀ ਸਰਕਾਰ ਫਰਾਂਸ ਨੂੰ 2022-23 ਵਿੱਚ 7.22 ਕਰੋੜ ਯੂਰੋ ਦੇਗੀ। ਇਸ ਵਿੱਚ ਕਾਲੈਂਸ ਅਤੇ ਡੰਕਰਿੰਕ ਵਿੱਚ ਤੱਟਾਂ ਦੀ ਰਾਖੀ ਲਈ 350 ਹੋਰ ਫਰਾਂਸੀਸੀ ਸੈਨਿਕਾਂ ਅਤੇ ਪੁਲਿਸ ਮੁਲਾਜ਼ਮਾਂ ਸਮੇਤ ਡਰੋਨ ਅਤੇ ਨਾਈਟ ਵਿਜ਼ਨ ਉਪਕਰਨਾਂ ਦੀ ਤਾਇਨਾਤੀ ਸ਼ਾਮਲ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੈਰਾਲਡ ਡਰੈਮਨ ਅਤੇ ਬਰਤਾਨੀਆ ਦੇ ਗ੍ਰਹਿ ਸਕੱਤਰ ਸੁਏਲਾ ਬਰਬਰਮੈਨ ਨੇ ਪੈਰਿਸ ਵਿੱਚ ਸਮਝੌਤੇ ਤੇ ਦਸਤਖਤ ਕੀਤੇ। ਇਸ ਵਿੱਚ ਮਾਈਗ੍ਰੇਸ਼ਨਾਂ, ਰੂਟ ਤੇ ਅਪਰਾਧਾਂ ਨਾਲ ਲੜਨ ਦੀਆਂ ਤਜਵੀਜ਼ਾਂ ਸ਼ਾਮਲ ਨੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਇਹ ਸਮਝੌਤਾ ਆਉਣ ਵਾਲੇ ਮਹੀਨਿਆਂ 'ਚ ਦੁਬੱਲੇ ਸਹਿਯੋਗ ਲਈ ਚੁੱਕੇ ਜਾਣ ਵਾਲੇ ਹੋਰ ਕਦਮਾਂ ਲਈ ਨੀਂਹ ਪੱਥਰ ਸਿੱਧ ਹੋਏਗਾ। ਲਗਭਗ 2 ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੋ ਬਾਈਡਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਨੂੰ ਆਪਣੀ ਪਹਿਲੀ ਵਿਅਕਤੀਗਤ ਮੁਲਾਕਾਤ ਕੀਤੀ। ਇਹ ਬੈਠਕ G20 ਸਿਖਰ ਸੰਮੇਲਨ ਤੋਂ ਇਲਾਵਾ ਦੋਹਾਂ ਮਹਾਸ਼ਕਤੀਆਂ ਵਿਚਾਲੇ ਵੱਧਦੇ ਆਰਥਿਕ ਅਤੇ ਸੁਰੱਖਿਆ ਤਣਾਅ ਦੇ ਵਿਚਕਾਰ ਹੋ ਰਹੀ ਹੈ। ਇੰਡੋਨੇਸ਼ੀਆ ਵਿੱਚ ਇੱਕ ਲਗਜ਼ਰੀ ਰਿਜ਼ੋਰਟ ਹੋਟਲ ਵਿੱਚ US ਅਤੇ ਚੀਨੀ ਝੰਡਿਆਂ ਦੀਆਂ ਕਤਾਰਾਂ ਦੀ ਪਿੱਠਭੂਮੀ ਵਿੱਚ ਸ਼ੀ ਅਤੇ ਬਾਈਡਨ ਨੇ ਇੱਕ ਦੂਜੇ ਦਾ ਸਵਾਗਤ ਕੀਤਾ ਅਤੇ ਹੱਥ ਮਿਲਾਇਆ। ਦੋਵੇਂ ਆਗੂਆਂ ਨੇ ਮਾਸਕ ਨਹੀਂ ਪਾਏ ਹੋਏ ਸਨ। ਦੋਵੇਂ ਨੇਤਾ G20 ਸੰਮੇਲਨ 'ਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਨੇ। ਗੱਲਬਾਤ ਦੀ ਸ਼ੁਰੂਆਤ ਵਿੱਚ ਬਾਈਡਨ ਨੇ ਕਿਹਾ ਕਿ ਉਹ ਇਹਨਾਂ ਨਾਲ ਸੰਚਾਰ ਦੀਆਂ ਲਾਈਨਾਂ ਨੂੰ ਖੁੱਲ੍ਹਾ ਰੱਖਣ ਲਈ ਵਚਨਬੱਧ ਨੇ। ਉਹਨਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ਤੇ ਤੁਹਾਡੇ ਅਤੇ ਮੇਰੇ ਵਿਚਕਾਰ ਸੰਚਾਰ ਦੀਆਂ ਲਾਈਨਾਂ ਨੂੰ ਖੁੱਲ੍ਹਾ ਰੱਖਣ ਲਈ ਵਚਨਬੱਧ ਹਾਂ। ਉਹਨਾਂ ਨੇ ਅੱਗੇ ਕਿਹਾ ਕਿ ਮੇਰੇ ਖਿਆਲ ਵਿੱਚ ਸਾਡੇ ਦੋਵਾਂ ਨੇਤਾਵਾਂ ਦੀ ਸਾਂਝੇਦਾਰੀ ਦਰਸਾਉਂਦੀ ਹੈ ਕਿ ਚੀਨ ਅਤੇ ਸੰਯੁਕਤ ਰਾਜ ਆਪਣੇ ਮਤਭੇਦਾਂ ਦਾ ਪ੍ਰਬੰਧਨ ਕਰ ਸਕਦੇ ਨੇ, ਮੁਕਾਬਲੇ ਨੂੰ ਸੰਘਰਸ਼ ਤੱਕ ਵਧਣ ਤੋਂ ਰੋਕ ਸਕਦੇ ਨੇ ਅਤੇ ਜ਼ਰੂਰੀ ਗਲੋਬਲ ਮੁੱਦਿਆਂ ਤੇ ਮਿਲ ਕੇ ਕੰਮ ਕਰ ਸਕਦੇ ਨੇ, ਜਿਸ ਲਈ ਆਪਸੀ ਸਹਿਯੋਗ ਦੀ ਲੋੜ ਹੈ। ਉੱਥੇ ਹੀ ਉਧਰ ਸ਼ੀ ਨੇ ਕਿਹਾ ਹੈ ਕਿ ਦੁਨੀਆ ਉਹਨਾਂ ਅਤੇ ਰਾਸ਼ਟਰਪਤੀ ਬਾਈਡਨ ਦੀ ਮੁਲਾਕਾਤ ਤੇ ਧਿਆਨ ਦੇ ਰਹੀ ਹੈ। CNN ਨੇ ਸ਼ੀ ਦੇ ਹਵਾਲੇ ਨਾਲ ਕਿਹਾ ਕਿ ਇਸ ਸਮੇਂ ਚੀਨ ਅਮਰੀਕੀ ਸੰਬੰਧ ਅਜਿਹੀ ਸਥਿਤੀ ਵਿੱਚ ਨੇ ਜਿਸ ਦੀ ਅਸੀਂ ਸਾਰੀ ਡੂੰਘਾਈ ਨਾਲ ਪ੍ਰਵਾਹ ਕਰਦੇ ਹਾਂ, ਕਿਉਂਕਿ ਇਹ ਸਾਡੇ ਦੋਵਾਂ ਦੇਸ਼ਾਂ ਤੇ ਲੋਕਾਂ ਦੇ ਬੁਨਿਆਦੀ ਹਿੱਤਾਂ ਵਿੱਚ ਨਹੀਂ ਹੈ ਅਤੇ ਉਹ ਨਹੀਂ ਹੈ ਜੋ ਅੰਤਰਰਾਸ਼ਟਰੀ ਭਾਈਚਾਰਾ ਸਾਡੇ ਤੋਂ ਉਮੀਦ ਕਰਦਾ ਹੈ। ਇੱਕ ਅਨੁਵਾਦਕ ਰਾਹੀਂ ਬੋਲਦਿਆਂ ਉਹਨਾਂ ਨੇ ਕਿਹਾ ਕਿ ਦੋ ਵੱਡੇ ਦੇਸ਼ਾਂ ਦੇ ਨੇਤਾਵਾਂ ਦੇ ਰੂਪ ਵਿੱਚ ਸਾਨੂੰ ਅਮਰੀਕਾ ਚੀਨ ਸੰਬੰਧਾਂ ਲਈ ਸਹੀ ਦਿਸ਼ਾ ਤੈਅ ਕਰਨ ਦੀ ਲੋੜ ਹੈ। ਦੁਬੱਲੇ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਸਾਨੂੰ ਸਹੀ ਦਿਸ਼ਾ ਲੱਭਣ ਅਤੇ ਸੰਬੰਧਾਂ ਨੂੰ ਉੱਚਾ ਚੁੱਕਣ ਦੀ ਲੋੜ ਹੈ। ਸ਼ੀ ਨੇ ਕਿਹਾ ਕਿ ਦੁਨੀਆ ਨੂੰ ਉਮੀਦ ਹੈ ਕਿ ਚੀਨ ਅਤੇ ਅਮਰੀਕਾ ਸੰਬੰਧਾਂ ਨੂੰ ਸਹੀ ਢੰਗ ਨਾਲ ਸੰਭਾਲਣਗੇ। ਸਾਡੀ ਮੀਟਿੰਗ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਇਸ ਲਈ ਸਾਨੂੰ ਵਿਸ਼ਵ ਸ਼ਾਂਤੀ ਲਈ ਵਧੇਰੇ ਉਮੀਦ, ਗਲੋਬਲ ਸਥਿਰਤਾ ਲਈ ਵਧੇਰੇ ਵਿਸ਼ਵਾਸ ਅਤੇ ਸਾਰਿਆਂ ਲਈ ਵਿਕਾਸ ਲਈ ਇੱਕ ਮਜ਼ਬੂਤ ਪ੍ਰੇਰਣਾ ਲਿਆਉਣ ਲਈ ਸਾਰੇ ਦੇਸ਼ਾਂ ਨਾਲ ਕੰਮ ਕਰਨ ਦੀ ਲੋੜ ਹੈ। ਅਮਰੀਕਾ ਵਿਖੇ ਦਿਹਾਤੀ ਕੈਂਟਕੀ ਵਿੱਚ ਬੀਤੇ ਦਿਨੀ ਇੱਕ ਸਕੂਲ ਬੱਸ ਹਾਦਸਾਗ੍ਰਸਤ ਹੋ ਗਈ ਅਤੇ ਦੂਜੇ ਪਾਸੇ ਜਾ ਡਿੱਗੀ। ਇਸ ਹਾਦਸੇ ਵਿੱਚ 18 ਬੱਚਿਆਂ ਤੇ ਡਰਾਈਵਰ ਨੂੰ ਮਾਮੂਲੀ ਤੋਂ ਲੈ ਕੇ ਗੰਭੀਰ ਸੱਟਾਂ ਦੇ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੈਗੋਫਨ ਕਾਉਂਟੀ ਸਕੂਲਾਂ ਦੇ ਸੁਪਰਡੈਂਟ ਕ੍ਰਿਸ ਮੀਡੋਜ਼ ਨੇ ਕਿਹਾ ਕਿ ਹਾਈ ਸਕੂਲ ਤੋਂ ਪ੍ਰਾਇਮਰੀ ਉਮਰ ਦੇ ਵਿਦਿਆਰਥੀ ਬੱਸ ਵਿੱਚ ਸਵਾਰ ਸਨ ਜਦੋਂ ਇਹ ਹਾਦਸਾ ਪੂਰਬੀ ਕੈਂਟਕੀ ਵਿੱਚ ਸੈਰਸਰਵਿਲੇ ਨੇੜੇ ਇੱਕ ਹਾਈਵੇ ਤੇ ਵਾਪਰਿਆ। ਇਸ ਹਾਦਸੇ ਵਿੱਚ ਕੋਈ ਹੋਰ ਵਾਹਨ ਸ਼ਾਮਲ ਨਹੀਂ ਸੀ। ਮੀਡੋਜ਼ ਨੇ ਦੁਪਹਿਰ ਦੇ ਇੱਕ ਨਿਊਜ਼ ਕਾਨਫਰੰਸ ਵਿੱਚ ਮਾਮੂਲੀ ਤੋਂ ਗੰਭੀਰ ਤੱਕ ਵੱਖ-ਵੱਖ ਸੱਟਾਂ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਅਧਿਕਾਰੀ ਸ਼ੁਕਰਗੁਜ਼ਾਰ ਨੇ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਸੈਲਰਸਵਿਲੇ ਫਾਇਰ ਚੀਫ ਪੌਲ ਹਾਵਰਡ ਨੇ ਕਿਹਾ ਕਿ ਜਦੋਂ ਐਮਰਜੈਂਸੀ ਅਧਿਕਾਰੀ
ਪਹੁੰਚੇ ਤਾਂ ਕੁਝ ਵਿਦਿਆਰਥੀ ਪਹਿਲਾਂ ਹੀ ਕੰਢੇ ਤੇ ਚੜ੍ਹ ਚੁੱਕੇ ਸਨ ਅਤੇ ਬਾਕੀਆਂ ਨੂੰ ਫਿਰ ਰੱਸੀਆਂ ਅਤੇ ਟੋਕਰੀਆਂ ਨਾਲ ਪਹਾੜੀ ਤੇ ਚੜ੍ਹਨ ਵਿੱਚ ਮਦਦ ਕੀਤੀ ਗਈ। ਗਵਰਨਰ ਐਂਡੀ ਬੇਸ਼ੀਅਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੈਂਟਕੀ ਰਾਜ ਪੁਲਿਸ ਮੌਕੇ ਤੇ ਸੀ ਅਤੇ ਅਸੀਂ ਤੇਜ਼ੀ ਨਾਲ ਬਚਾਅ ਕੰਮ ਕਰ ਰਹੇ ਹਾਂ। ਸਟੇਟ ਟਰੂਪਰ ਮਾਈਕਲ ਕਾਲਮੈਨ ਨੇ ਕਿਹਾ ਕਿ ਬੱਸ ਸੈਲਸਵਿਲੇ ਨੇੜੇ ਰਾਜ ਦੇ ਰੂਟ 40 ਤੋਂ ਬਾਹਰ ਨਿਕਲੀ ਅਤੇ ਇੱਕ ਬੰਦ ਦੇ ਉੱਪਰ ਗਈ। ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਹਾਦਸੇ ਦਾ ਕਾਰਨ ਕੀ ਹੈ। ਕਾਲਮੈਨ ਨੇ ਕਿਹਾ ਕਿ ਅਸੀਂ ਸੱਚਮੁੱਚ ਜਾਂਚ ਦੇ ਸ਼ੁਰੂਆਤੀ ਪੜਾਵਾਂ ਵਿੱਚ ਹਾਂ। ਹਾਦਸੇ ਕਾਰਨ ਸੜਕ ਦੇ ਕਈ ਘੰਟੇ ਬੰਦ ਰਹਿਣ ਦੀ ਉਮੀਦ ਵੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਜ਼ਖਮੀਆਂ ਨੂੰ ਹਾਦਸੇ ਤੋਂ ਬਾਅਦ ਹੈਲੀਕਾਪਟਰ ਰਾਹੀਂ ਅਤੇ ਬਾਕੀਆਂ ਨੂੰ ਐਂਬੂਲੈਂਸਾਂ ਤੇ ਨਿੱਜੀ ਵਾਹਨਾਂ ਰਾਹੀਂ ਲਿਜਾਇਆ ਗਿਆ। ਅਪਡੇਟ ਜਾਣਕਾਰੀ ਤੁਰੰਤ ਉਪਲਬਧ ਨਹੀਂ ਹੋ ਸਕੀ। ਉਸਨੇ ਕਿਹਾ ਕਿ ਇਹ ਕਿਸੇ ਵੀ ਪੇਂਡੂ ਖੇਤਰ ਵਿੱਚ ਆਮ ਹੈ। ਮਿਡੋਜ਼ ਨੇ ਕਿਹਾ ਕਿ ਸਕੂਲ ਬੱਸ ਵਿੱਚ ਸੀਟ ਬੈਲਟਾਂ ਨਹੀਂ ਸਨ। ਅਮਰੀਕਾ 'ਚ ਇਦਾਹੋ ਯੂਨੀਵਰਸਿਟੀ ਕੰਪਲੈਕਸ ਨੇੜੇ ਸਥਿਤ ਇੱਕ ਮਕਾਨ ਵਿੱਚੋਂ 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਪੁਲਿਸ ਨੇ ਇਸ ਸਿਲਸਿਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਇੱਕ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਮਾਸਕੋ ਪੁਲਿਸ ਮਹਿਕਮੇ ਦੇ ਅਧਿਕਾਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਮੌਕੇ ਤੇ ਪਹੁੰਚੇ। ਇਹ ਮਕਾਨ ਯੂਨੀਵਰਸਿਟੀ ਕੰਪਲੈਕਸ ਤੋਂ ਕੁਝ ਹੀ ਦੂਰੀ ਤੇ ਸਥਿਤ ਹੈ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ, ਉਹਨਾਂ 'ਚੋਂ ਕੋਈ ਵਿਦਿਆਰਥੀ ਹੈ ਜਾਂ ਨਹੀਂ, ਇਸ ਸੰਬੰਧ ਵਿੱਚ ਕੋਈ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇਣ ਮਗਰੋਂ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾਏਗੀ। ਇਦਾਹੋ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਘਟਨਾ ਤੋਂ ਬਾਅਦ ਕਰੀਬ 1 ਘੰਟੇ ਤੱਕ ਵਿਦਿਆਰਥੀਆਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਤਾਂ ਕਿ ਜਾਂਚਕਰਤਾ ਯਕੀਨ ਕਰ ਸਕਣ ਕਿ ਇਲਾਕੇ 'ਚ ਉਹਨਾਂ ਦੀ ਜਾਨ ਨੂੰ ਖਤਰਾ ਨਹੀਂ ਹੈ। ਅਮਰੀਕੀ ਖਜ਼ਾਨਾ ਸਕੱਤਰ ਜੈਨੇਟ ਯੈਲਨ ਨੇ ਬਾਲੀ ਵਿੱਚ G20 ਸੰਮੇਲਨ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਮਰੀਕਾ ਰੂਸ ਦੀ ਮਦਦ ਕਰਨ ਵਾਲੇ ਫੌਜੀ ਖਰੀਦ ਨੈਟਵਰਕ ਤੇ ਪਾਬੰਦੀਆਂ ਲਵੇਗਾ। ਜੈਲਨ ਨੇ ਕਿਹਾ ਕਿ ਅਮਰੀਕਾ ਯੂਕਰੇਨ ਵਿੱਚ ਯੁੱਧ ਛੇੜਨ ਦੇ ਲਈ ਰੂਸ ਦੇ ਯਤਨਾਂ ਲਈ ਫੌਜੀ ਤਕਨੀਕਾਂ ਦੀ ਖਰੀਦ ਲਈ ਕੰਮ ਕਰਨ ਵਾਲੀਆਂ ਕੰਪਨੀਆਂ ਅਤੇ ਵਿਅਕਤੀਆਂ ਦੇ ਇੱਕ ਅੰਤਰਰਾਸ਼ਟਰੀ ਨੈਟਵਰਕ ਤੇ ਪਾਬੰਦੀਆਂ ਲਗਾਏਗਾ। ਯੈਲਨ ਨੇ ਕਿਹਾ ਕਿ ਪਾਬੰਦੀਆਂ ਜੋ ਕਿ 14 ਵਿਅਕਤੀਆਂ ਤੇ 28 ਸੰਸਥਾਵਾਂ ਤੇ ਲਗਾਈਆਂ ਜਾਣਗੀਆਂ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਣਾ ਹੈ। ਯੈਲਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਰੂਸ ਦੇ ਯੁੱਧ ਦੇ ਯਤਨਾਂ ਵਿੱਚ ਵਿਘਨ ਪਾਉਣ ਅਤੇ ਪਾਬੰਦੀਆਂ ਅਤੇ ਨਿਰਯਾਤ ਨਿਯੰਤਰਣ ਦੁਆਰਾ ਜ਼ਰੂਰੀ ਉਪਕਰਨਾਂ ਤੋਂ ਇਨਕਾਰ ਕਰਨ ਦੇ ਸਾਡੇ ਵੱਡੇ ਯਤਨਾਂ ਦਾ ਹਿੱਸਾ ਹੈ। ਯੈਲਨ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਰੂਸੀ ਖਰੀਦਦਾਰੀ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਅਮਰੀਕਾ ਕਿਹੜੀਆਂ ਤਕਨੀਕਾਂ ਨੂੰ ਪਾਬੰਦੀਆਂ ਦੇ ਨਾਲ ਨਿਸ਼ਾਨਾ ਬਣਾਏਗਾ। US ਦੇ ਖਜ਼ਾਨੇ ਨੇ ਰੂਸ ਵਿੱਚ ਵੱਡੀਆਂ ਫੌਜੀ ਉਦਯੋਗਿਕ ਫਰਮਾਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਵਣਜ ਵਿਭਾਗ ਨੇ ਰੂਸ ਨੂੰ ਕੁਝ ਫੌਜੀ ਹਾਰਡਵੇਅਰ ਵਿੱਚ ਵਰਤੀਆਂ ਗਈਆਂ US ਤਕਨੀਕਾਂ ਦੇ ਨਿਰਯਾਤ ਨੂੰ ਕੱਟ ਦਿੱਤਾ ਹੈ। ਜੈਲਨ ਨੇ ਕਿਹਾ ਕਿ ਇਹ ਪਹਿਲਾਂ ਹੀ ਯੂਕਰੇਨ ਦੇ ਯੁੱਧ ਦੇ ਮੈਦਾਨ ਤੇ ਪ੍ਰਭਾਵ ਪਾ ਰਹੇ ਨੇ। ਰੂਸ ਨੇ ਈਰਾਨ ਤੋਂ ਡਰੋਨ ਖਰੀਦਣ ਦਾ ਪ੍ਰਬੰਧ ਕੀਤਾ ਹੈ ਜਿਨ੍ਹਾਂ ਦੀ ਵਰਤੋਂ ਯੂਕਰੇਨ ਦੇ ਸ਼ਹਿਰਾਂ ਅਤੇ ਬੁਨਿਆਦੀ ਢਾਂਚੇ ਤੇ ਹਮਲਾ ਕਰਨ ਲਈ ਕੀਤੀ ਜਾਂਦੀ ਹੈ। ਜੈਲਨ ਨੇ ਇਹ ਵੀ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਵਿੱਤੀ ਅਤੇ ਆਰਥਿਕ ਸਹਾਇਤਾ ਦੇਣਾ ਜਾਰੀ ਰੱਖੇਗਾ। ਬਾਈਡਨ ਪ੍ਰਸ਼ਾਸਨ ਨੇ ਯੂਕਰੇਨ ਤੋਂ ਗੈਰ ਫੌਜੀ ਸਹਾਇਤਾ ਵਿੱਚ $4.5 ਬਿਲੀਅਨ ਦੀ ਵਾਧੂ ਬੇਨਤੀ ਕੀਤੀ ਹੈ ਔਰ ਯੈਲਨ ਨੇ ਕਿਹਾ ਕਿ ਇੱਕ ਵਾਰ ਕਾਂਗਰਸ ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ ਖਜ਼ਾਨਾ ਤੁਰੰਤ ਇਸ ਨੂੰ ਯੂਕਰੇਨ ਵਿੱਚ ਵੰਡਣਾ ਸ਼ੁਰੂ ਕਰ ਦੇਵੇਗਾ। ਇਸ ਦੌਰਾਨ ਅਮਰੀਕਾ ਨੇ ਭਾਰਤ ਨੂੰ ਆਪਣੀ ਕਰੰਸੀ ਨਿਗਰਾਨੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਅਮਰੀਕਾ ਨੇ ਇਹ ਕਦਮ ਖਜ਼ਾਨਾ ਸਕੱਤਰ ਜੈਨੇਟ ਯੈਲਨ ਦੇ ਭਾਰਤ ਦੌਰੇ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਗੱਲਬਾਤ ਤੋਂ ਬਾਅਦ ਚੁੱਕਿਆ। ਰਿਪੋਰਟ ਵਿੱਚ ਕਿਹਾ ਗਿਆ ਕਿ 2015 ਦੇ ਐਕਟ ਨੇ 3 ਮਾਪਦੰਡਾਂ ਵਿੱਚੋਂ 2 ਨੂੰ ਪੂਰਾ ਕਰਨ ਵਾਲੀਆਂ ਅਰਥ ਵਿਵਸਥਾਵਾਂ ਨੂੰ ਨਿਗਰਾਨੀ ਸੂਚੀ ਵਿੱਚ ਰੱਖਿਆ। ਅਮਰੀਕਾ ਦੇ ਵਰਜੀਨੀਆ ਸੂਬੇ ਦੀ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ 3 ਜਣਿਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਮੁਤਾਬਕ ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਅਮਰੀਕਾ ਦੇ ਓਮਾਹਾ ਨਿਬਰਾਸਕਾ 'ਚ ਤੜਕਸਾਰ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਓਮਾਹਾ ਪੁਲਿਸ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਗੋਲੀ ਚੱਲਣ ਦੀ ਜਾਣਕਾਰੀ ਸਵੇਰੇ 4 ਵਜੇ ਮਿਲੀ। ਜਦੋਂ ਪੁਲਿਸ ਘਟਨਾ ਸਥਾਨ ਤੇ ਪੁੱਜੀ ਤਾਂ ਉਸਨੇ ਕੁਝ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਵੇਖਿਆ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ, ਜਿਨ੍ਹਾਂ 'ਚੋਂ ਇੱਕ ਨਿਬਰਾਸਕਾ ਮੈਡੀਕਲ ਸੈਂਟਰ ਵਿਖੇ ਜ਼ਖਮਾਂ ਦੀ ਤਾਬ ਨਾਲ ਸਹਾਰਤਾ ਹੋਇਆ ਦਮ ਤੋੜ ਗਿਆ। ਪੁਲਿਸ ਨੇ ਸ਼ੁਰੂ ਵਿੱਚ ਕਿਹਾ ਕਿ ਇਸ ਘਟਨਾ 'ਚ 7 ਲੋਕ ਜ਼ਖਮੀ ਹੋਏ ਨੇ ਪਰ ਬਾਅਦ ਵਿੱਚ ਪਤਾ ਲੱਗਿਆ ਕਿ 5 ਹੋਰ ਲੋਕ ਖੁਦ ਹੀ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚ ਗਏ ਨੇ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੋਸ਼ੀਆਂ ਬਾਰੇ ਸੂਹ ਦੇਣ ਵਾਲੇ ਨੂੰ $25,000 ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਮਰਾਨ ਖਾਨ ਨੇ ਕਿਹਾ ਕਿ ਉਹ ਮੁੜ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਅਮਰੀਕਾ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਨੇ ਤੇ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਲਈ ਹੁਣ ਉਸ ਨੂੰ ਦੋਸ਼ੀ ਨਹੀਂ ਦਿੰਦੇ ਔਰ ਅਜਿਹਾ ਕਹਿ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਪਹਿਲਾਂ ਵਾਲੇ ਬਿਆਨ ਤੋਂ ਇੱਕ ਤਰ੍ਹਾਂ ਨਾਲ ਯੂ ਟਰਨ ਲੈ ਲਿਆ।
ਉਹਨਾਂ ਨੇ ਪਹਿਲਾਂ ਦੋਸ਼ ਲਗਾਇਆ ਸੀਗਾ ਕਿ ਤਤਕਾਲੀ ਵਿਰੋਧੀ ਧਿਰ ਤੇ ਬੇਭਰੋਸਗੀ ਮਤੇ ਨੂੰ ਹਮਾਇਤ ਦੇ ਕੇ ਉਹਨਾਂ ਨੂੰ ਸੱਤਾ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਇਮਰਾਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਹੁਣ ਅਮਰੀਕਾ ਨੂੰ ਦੋਸ਼ ਨਹੀਂ ਦਿੰਦੇ ਤੇ ਮੁੜ ਤੋਂ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਅਮਰੀਕਾ ਨਾਲ ਸੰਬੰਧ ਸੁਧਾਰਨਾ ਚਾਹੁੰਦੇ ਨੇ। ਮੀਡੀਆ ਰਿਪੋਰਟਾਂ ਨਾਲ ਇਮਰਾਨ ਦੇ ਹਵਾਲੇ ਨਾਲ ਕਿਹਾ ਗਿਆ ਹੈ, ਮੈਂ ਜਿਸ ਪਾਕਿਸਤਾਨ ਦੀ ਅਗਵਾਈ ਕਰਨਾ ਚਾਹੁੰਦਾ ਹਾਂ ਉਸ ਦੇ ਸਾਰਿਆਂ ਨਾਲ ਚੰਗੇ ਸੰਬੰਧ ਹੋਣੇ ਚਾਹੀਦੇ ਨੇ ਤੇ ਖਾਸ ਕਰਕੇ ਅਮਰੀਕਾ ਨਾਲ। ਉਹਨਾਂ ਨੇ ਕਿਹਾ ਅਮਰੀਕਾ ਨਾਲ ਸਾਡਾ ਸੰਬੰਧ ਇੱਕ ਮਾਲਕ ਨੌਕਰ ਦਾ ਰਿਹਾ, ਪਰ ਇਸ ਲਈ ਮੈਂ ਅਮਰੀਕਾ ਨਾਲੋਂ ਆਪਣੀਆਂ ਸਰਕਾਰਾਂ ਨੂੰ ਵੱਧ ਦੋਸ਼ੀ ਮੰਨਦਾ ਹਾਂ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿਆਸੀ ਸਥਿਰਤਾ ਬਹਾਲ ਕਰਨ ਲਈ ਜਲਦੀ ਚੋਣਾਂ ਕਰਵਾਉਣ ਇੱਕੋ ਇੱਕ ਰਾਹ ਹੈ ਔਰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਚੋਣਾਂ ਨਾ ਹੋਈਆਂ ਤਾਂ ਸਥਿਤੀ ਸੰਭਾਲਣ ਦੇ ਲਈ ਕਿਸੇ ਲਈ ਵੀ ਮੁਸ਼ਕਿਲ ਹੋ ਸਕਦਾ ਹੈ। ਇਸੇ ਦੌਰਾਨ ਇਮਰਾਨ ਖਾਨ ਨੇ ਸੈਨਾ ਤੇ ਮੁੜ ਦੋਸ਼ ਲਗਾਇਆ ਅਤੇ ਇਸ ਨੇ ਸ਼ਰੀਫ ਪਰਿਵਾਰ ਜਿਹੇ ਸਿਆਸੀ ਪਰਿਵਾਰਾਂ ਨਾਲ ਮਿਲ ਕੇ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾਂਦਾ ਰਿਹਾ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਵਿਭਾਗ ਵੱਲੋਂ ਵਿਦੇਸ਼ ਜਾ ਰਹੇ 2 ਭਾਰਤੀ ਨਾਗਰਿਕਾਂ ਕੋਲੋਂ 1 ਕਰੋੜ 52 ਲੱਖ रुपए ਦੇ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ ਔਰ ਹਾਸਲ ਜਾਣਕਾਰੀ ਦੇ ਅਨੁਸਾਰ DRI ਦੀ ਟੀਮ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਭਾਰਤੀ ਨਾਗਰਿਕ ਕੋਲੋਂ 1.8 ਕਰੋੜ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਗਰੋਂ DRI ਅੰਮ੍ਰਿਤਸਰ ਦੀ ਸੂਚਨਾ ਦੇ ਆਧਾਰ ਤੇ ਚੰਡੀਗੜ੍ਹ ਹਵਾਈ ਅੱਡੇ ਤੋਂ ਵੀ ਇੱਕ ਭਾਰਤੀ ਨਾਗਰਿਕ ਨੂੰ 44 ਲੱਖ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਗਿਆ। ਵਿਭਾਗ ਦੇ ਸੂਤਰਾਂ ਦੇ ਮੁਤਾਬਕ ਇਹ ਕਾਰਵਾਈ DRI ਦੇ ਵਧੀਕ ਡਾਇਰੈਕਟਰ ਜਨਰਲ ਨਿਤਿਨ ਸੈਣੀ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਹੈ। ਬਰਾਮਦ ਕੀਤੀ ਗਈ ਵਿਦੇਸ਼ੀ ਕਰੰਸੀ ਵਿੱਚ ਸਾਊਦੀ ਅਰਬ ਦੇ ਰਿਆਲ, ਕਤਰ ਦੇ ਰਿਆਲ, ਯੂਰੋ ਤੇ ਕੁਵੈਤੀ ਦਿਨਾਰ ਆਦਿ ਸ਼ਾਮਲ ਨੇ। ਸੂਤਰਾਂ ਦੇ ਅਨੁਸਾਰ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਸਥਾਨਕ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਪਾਈਸ ਜੈਟ ਹਵਾਈ ਕੰਪਨੀ ਦੀ ਉਡਾਣ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਹੇ ਇੱਕ ਭਾਰਤੀ ਯਾਤਰੀ ਕੋਲੋਂ ਇਹ ਕਰੰਸੀ ਬਰਾਮਦ ਕੀਤੀ ਹੈ। ਇਸ ਵਿਅਕਤੀ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਚੰਡੀਗੜ੍ਹ ਹਵਾਈ ਅੱਡੇ ਤੇ ਕਾਰਵਾਈ ਕਰਦਿਆਂ ਇੱਕ ਹੋਰ ਭਾਰਤੀ ਨਾਗਰਿਕ ਨੂੰ ਕਾਬੂ ਕਰਕੇ 44 ਲੱਖ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ। गिरफ्तार किए गए दोवें मुलजमां नूं पुछ पड़ताल मगरों न्यायिक हिरासत दौरान जेल भेज दिता है और हासिल जानकारी के मुताबक डायरैक्टोरेट ऑफ रैवन्यू इंटैलीजेंस की जोनल यूनिट ने हाल ही विच पंजाब के हवाई अड्डियां राही भारत तो विदेशी मुद्रा की तस्करी करन दीआं 2 बार-बार कोशिशों नूं नाकाम कीता है। 2 ऑपरेशनां विच 1.52 करोड़ रुपए जब्त किए गए ने ते DRI वालों 2 गिरफ्तारियां भी कीतियां गईयां ने। DRI दीआं कार्रवाइयां नाल जुड़े एक सूत्र ने कहा कि वधीक डायरैक्टर जनरल नितिन सैनी के निर्देशों ते DRI की खेतरी इकाई ने 12 नवंबर नूं अमृतसर हवाई अड्डे ते वड्डे पद्धर ते कार्रवाई की। कार्रवाई करदਿਆਂ दुबई जाण वाले 2 व्यक्तियों नूं हवाई अड्डे अंदरों गिरफ्तार किया गया जिन्हां कोलों 1.5 करोड़ रुपए की विदेशी करंसी बरामद हुई है। दोवें मुलजमां नूं गिरफ्तार करके अदालत विच पेश किया गया है जिथे उन्हां नूं 14 दिनां लई न्यायिक हिरासत विच भेज दिता गया है। ट्विटर ते फेसबुक की पेरेंट कंपनी मेटा वालों अपने कर्मचारियों की महत्वपूर्ण तौर पर कटौती करने तो बाद टैक्नोलॉजी की दिग्गज एमाजॉन आने वाले दिनों 10,000 लोगों की छांटी करने की योजना बना रही है। इस संबंधी न्यूयॉर्क टाइम्स ने एक रिपोर्ट में कहा कि एमाजॉन इस हफ्ते तो जल्द शुरू होने वाली कॉरपोरेट ते टैक्नोलॉजी दी नौकरियां च लगभग 10,000 लोगों को कढ़ण की योजना बना रहा। एमाजॉन में आने वाली छांटी की रिपोर्ट उस दिन आई है जदों इसके संस्थापक जेफ बेजोस ने CNN नूं दस्सिया कि वो अपने जीवन काल $124 बिलियन की जायदाद का बहुत हिस्सा चैरिटी लई देण की योजना बना रहा। नॉर्थ वैनकूवर विखे पुलिस गोली नाल एक औरत की मौत हो गई। RCMP ने दस्सिया कि औरत ने कथित तौर पर एक शख्स उपर हथियार नाल हमला करने का यतन किया ते पुलिस नूं गोली चलाउणी पई। दूजे पासे एक औरत वालों हैंबर प्लेस अते माउंट सिमोर इलाके के मकान विच जबरदस्ती दाखिल होने की रिपोर्ट आई अते पुलिस अफसरां दा मनना है कि दोहां घटनावां लई इक्को औरत जिम्मेवार सी। सिक्ख्या मुलाजमां दी मसला तानाशाही वाले तरीके नाल नजिठण कारण चुफेरियों नुकताचीनी का सामना कर चुकी कैनेडा की डगफोर्ड सरकार ने लोक लवाउण ऐलान कर दिता है और यह लोक लवाउणे ऐलान करने का सिलसिला शुरू भी हो गया है। पहले कदम तहत ओंटारियो विच जारी गैस टैक्स रियायत नूं 2023 के अंत तक वधाउण का ऐलान किया गया है।
ਕੈਨੇਡਾ ਵਿੱਚ ਇੱਕ ਵਾਰ ਫਿਰ ਕਰੋਨਾ ਫੈਲਣ ਜਿਹੇ ਹਾਲਾਤ ਬਣਦੇ ਜਾ ਰਹੇ ਨੇ। ਇਸ ਵੇਲੇ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇਕੱਲੇ ਅੰਟਾਰੀਓ ਸੂਬੇ ਦੇ ਹਸਪਤਾਲਸ ਵਿੱਚ ਵੱਡੀ ਗਿਣਤੀ 'ਚ ਮਰੀਜ਼, ਖਾਸ ਤੌਰ ਤੇ ਬੱਚੇ ਭਰਤੀ ਹੋ ਰਹੇ ਨੇ। ਇਸ ਵਿਚਾਲੇ ਸਿਹਤ ਮਾਹਿਰਾਂ ਨੇ ਕੈਨੇਡਾ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਣ ਦੇ ਲਈ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਉਧਰ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਹਾਲਾਂਕਿ ਮਾਸਕ ਲਾਜ਼ਮੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਉਹਨਾਂ ਨੇ ਲੋਕਾਂ ਨੂੰ ਜਿੰਨਾ ਸੰਭਵ ਹੋ ਸਕੇ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਅੰਟਾਰੀਓ ਵਿੱਚ ਜਾਲੀ ਕਰੰਸੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਆਰਸੀਐਮਪੀ ਨੇ ਭਾਰਤੀ ਮੂਲ ਦੇ ਨੌਜਵਾਨਾਂ ਸਣੇ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ। $100 ਮੁੱਲ ਵਾਲੇ ਜਾਲੀ ਨੋਟ ਛਾਪੇ ਜਾਣ ਦੀ ਸੂਹ ਮਿਲਣ ਤੇ ਆਰਸੀਐਮਪੀ ਵੱਲੋਂ ਬੀਤੇ ਜੂਨ ਵਿੱਚ ਪੜਤਾਲ ਆਰੰਭੀ ਗਈ ਅਤੇ ਵਾਰਲਿੰਗਟਨ, ਮਾਰਖਮ ਤੇ ਵੈਲਵਿਲ ਨਾਲ ਸੰਬੰਧਿਤ ਸ਼ੱਕੀਆਂ ਨੂੰ ਕਾਬੂ ਕਰਨ 'ਚ ਸਫਲ ਰਹੀ। ਕੈਨੇਡਾ ਵਿੱਚ ਕਾਮਾਗਾਟਾ ਮਾਰੂ ਘਟਨਾ ਦੀ ਇੱਕ ਹੋਰ ਨਵੀਂ ਯਾਦਗਾਰ ਬਣਾਈ ਗਈ ਔਰ ਇਸ ਘਟਨਾ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੋਰਟ ਮੂਡੀ ਸ਼ਹਿਰ ਵਿੱਚ ਇੱਕ ਸਟੋਰੀ ਬੋਰਡ ਲਗਾਇਆ ਗਿਆ, ਜਿਸ ਦਾ ਉਦਘਾਟਨ ਪੋਰਟ ਮੂਡੀ ਦੇ ਮੇਅਰ ਮੇਗਨ ਲੋਟੀ ਨੇ ਕੀਤਾ। ਇਸ ਮੌਕੇ ਕਾਮਾਗਾਟਾ ਮਾਰੂ ਸੁਸਾਇਟੀ ਦੇ ਵਾਈਸ ਪ੍ਰਧਾਨ ਰਾਜ ਸਿੰਘ ਤੂਰ ਵੀ ਮੇਅਰ ਦੇ ਨਾਲ ਮੌਜੂਦ ਸਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਹਾਲ ਹੀ ਵਿੱਚ ਆਜ਼ਾਦ ਹੋਏ ਖੇਰਸਨ ਸ਼ਹਿਰ ਦਾ ਦੌਰਾ ਕੀਤਾ। ਇਹ ਜਾਣਕਾਰੀ ਸਥਾਨਕ ਮੀਡੀਆ 'ਚ ਛਪੀ ਖਬਰ ਦੇ ਮੁਤਾਬਕ ਦਿੱਤੀ ਗਈ ਹੈ ਔਰ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਜ਼ੈਲੈਂਸਕੀ ਦੀ ਖੇਰਸਨ ਫੇਰੀ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਜ਼ੈਲੈਂਸਕੀ ਨੇ ਐਤਵਾਰ ਨੂੰ ਫੇਸਬੁੱਕ ਤੇ ਕਿਹਾ ਕਿ ਉਹ ਰਾਜਧਾਨੀ ਕੀਵ ਵਿੱਚ ਆਪਣੇ ਦਫ਼ਤਰ 'ਚ ਸਨ। ਹਾਲਾਂਕਿ ਸੋਮਵਾਰ ਨੂੰ ਉਸਨੇ ਕੇਂਦਰੀ ਖੇਰਸਨ ਚੌਰਾਹੇ ਤੇ ਸੈਨਿਕਾਂ ਨਾਲ ਤਸਵੀਰ ਲਈ ਪੋਸਟ ਦਿੱਤਾ। ਰਾਸ਼ਟਰਪਤੀ ਜ਼ੈਲੈਂਸਕੀ ਨੇ ਇਸ ਸੰਬੰਧੀ ਤਸਵੀਰਾਂ ਆਪਣੇ ਇੰਸਟਾਗ੍ਰਾਮ ਪੇਜ ਤੇ ਵੀ ਸ਼ੇਅਰ ਕੀਤੀਆਂ ਨੇ। ਚੀਨ ਆਪਣੀਆਂ ਖੁਆਇਸ਼ਾਂ ਪੂਰੀਆਂ ਕਰਨ ਲਈ ਕੋਈ ਵੀ ਹੱਦ ਪਾਰ ਕਰਨ ਤੋਂ ਪਿੱਛੇ ਨਹੀਂ ਹਟਦਾ। ਇਸ ਸਿਲਸਿਲੇ ਵਿੱਚ ਚੀਨ ਤੇਜ਼ੀ ਨਾਲ ਦੁਨੀਆ ਭਰ ਵਿੱਚ ਆਪਣੀਆਂ ਪੁਲਿਸ ਚੌਕੀਆਂ ਸਥਾਪਿਤ ਕਰ ਰਿਹਾ। ਚੀਨ ਦੀਆਂ ਕਾਰਵਾਈਆਂ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਅੰਤਰਰਾਸ਼ਟਰੀ ਮੰਚ ਨੇ ਕਿਹਾ ਕਿ ਜੇਕਰ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਵੱਖ-ਵੱਖ ਦੇਸ਼ਾਂ ਦੀ ਪ੍ਰਭੂਸੱਤਾ ਦੇ ਸੰਤੁਲਨ ਨੂੰ ਲੈ ਕੇ ਗੰਭੀਰ ਸਿੱਟੇ ਨਿਕਲ ਸਕਦੇ ਨੇ। ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਿਕਿਉਰਿਟੀ ਦਾ ਕਹਿਣਾ ਹੈ ਕਿ ਚੀਨੀ ਸਰਕਾਰ ਨੇ ਰਾਜਨੀਤਿਕ ਅਸੰਤੁਸ਼ਟਾਂ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਤੇ ਤਸ਼ੱਦਦ ਕਰਨ ਲਈ ਵੱਖ-ਵੱਖ ਦੇਸ਼ਾਂ ਵਿੱਚ ਅਣ-ਐਲਾਨੀ ਪੁਲਿਸ ਸਟੇਸ਼ਨ ਬਣਾਏ ਹੋਏ ਨੇ। ਕਿਸੇ ਹੋਰ ਦੇਸ਼ ਵਿੱਚ ਅਜਿਹੀ ਸੁਰੱਖਿਆ ਪ੍ਰਣਾਲੀ ਬਣਾਉਣਾ ਉਸ ਦੇਸ਼ ਦੀ ਪ੍ਰਭੂਸੱਤਾ ਦੇ ਅਧਿਕਾਰ ਦੀ ਸਪਸ਼ਟ ਉਲੰਘਣਾ ਹੈ, ਜਿਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਨੇ। ਫੋਰਮ ਦੀ ਰਿਪੋਰਟ ਦੇ ਅਨੁਸਾਰ ਚੀਨ 21 ਦੇਸ਼ਾਂ ਤੇ 5 ਮਹਾਦੀਪਾਂ ਦੇ 25 ਸ਼ਹਿਰਾਂ ਵਿੱਚ 54 ਵਿਦੇਸ਼ੀ ਸੇਵਾ ਕੇਂਦਰ ਚਲਾ ਰਿਹਾ। ਰਿਪੋਰਟ ਤੋਂ ਬਾਅਦ ਕੈਨੇਡਾ ਤੇ ਨੀਦਰਲੈਂਡ ਦੇ ਅਧਿਕਾਰੀਆਂ ਨੇ ਅਜਿਹੇ ਗੈਰ ਕਾਨੂੰਨੀ ਕੇਂਦਰਾਂ ਅਤੇ ਉਹਨਾਂ ਦੇ ਸੰਚਾਲਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਗਲੈਂਡ ਅਤੇ ਸਕਾਟਲੈਂਡ ਨੇ ਵੀ ਕਿਹਾ ਕਿ ਅਜਿਹੇ ਕਦਮਾਂ ਬਾਰੇ ਸਪਸ਼ਟੀਕਰਨ ਮੰਗਣ ਲਈ ਉਹ ਵੀ ਜਾਂਚ ਕਰੇਗਾ। ਇਨ੍ਹਾਂ ਥਾਣਿਆਂ ਦਾ ਇੱਕ ਹੋਰ ਉਦੇਸ਼ ਅਸੰਤੁਸ਼ਟਾਂ ਨੂੰ ਡਰਾਉਣਾ ਹੈ ਜੋ ਚੀਨੀ ਕਮਿਊਨਿਸਟ ਪਾਰਟੀ ਦੇ ਵਿਚਾਰਧਾਰਕ ਢੰਗ ਨਾਲ ਵੱਖਰੇ ਨੇ। ਹਾਲਾਂਕਿ ਚੀਨ ਇਸ ਮਾਮਲੇ ਤੇ ਕਈ ਵਾਰ ਆਪਣਾ ਰੁਖ ਸਪਸ਼ਟ ਕਰ ਚੁੱਕਾ ਹੈ, ਪਰ ਉਸਨੇ ਕਦੇ ਵੀ ਆਪਣੇ ਤੇ ਲਗਾਏ ਗਏ ਦੋਸ਼ਾਂ ਤੋਂ ਸਾਫ਼ ਇਨਕਾਰ ਨਹੀਂ ਕੀਤਾ। ਇਸ ਮਾਮਲੇ ਤੇ ਵੱਖ-ਵੱਖ ਚੀਨੀ ਦੂਤਵਾਸਾਂ ਨੇ ਵੱਖ-ਵੱਖ ਜਵਾਬ ਦਿੱਤੇ ਨੇ। ਫੋਰਮ ਨੇ ਇੱਕ ਸਪੈਨਿਸ਼ ਨਾਗਰਿਕ ਅਧਿਕਾਰ ਸਮੂਹ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਚੀਨੀ ਫੌਜ ਅਤੇ ਕਿੰਗਤਿਆਨ ਸ਼ਹਿਰ ਤੋਂ ਦੁਨੀਆ ਭਰ ਵਿੱਚ ਪੁਲਿਸ ਸਟੇਸ਼ਨ ਚਲਾ ਰਹੀ ਹੈ। ਇਸ ਦੇ ਜ਼ਰੀਏ ਚੀਨੀ ਫੌਜ ਦੁਨੀਆ ਦੇ ਕਈ ਦੇਸ਼ਾਂ ਵਿੱਚ ਰਹਿ ਰਹੇ ਵਿਦੇਸ਼ੀ ਚੀਨੀ ਨਾਗਰਿਕਾਂ ਨੂੰ ਵਾਪਸ ਆਪਣੇ ਦੇਸ਼ ਵਿੱਚ ਲਿਆਉਣ ਲਈ ਰਾਜੀ ਕਰ ਰਹੇ ਨੇ। ਤੁਰਕੀ ਪੁਲਿਸ ਨੇ ਰਾਜਧਾਨੀ ਇਸਤਾਂਬੁਲ ਦੇ ਮਸ਼ਹੂਰ ਇਸਤਿਕਲਾਲ ਐਵਨਿਊ 'ਚ ਐਤਵਾਰ ਨੂੰ ਹੋਏ ਭਿਆਨਕ ਧਮਾਕੇ ਦੀ ਘਟਨਾ ਦੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ। ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸੁਲੇਮਾਨ ਸੋਇਲੂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਤੇ ਇਸਤਕਲਾਲ ਐਵਨਿਊ ਇਲਾਕੇ 'ਚ ਬੰਬ ਲਗਾਉਣ ਦਾ ਸ਼ੱਕ ਹੈ ਅਤੇ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦੇ ਨੇ ਕਿ ਇਸ ਘਾਤਕ ਹਮਲੇ ਦੇ ਪਿੱਛੇ ਕੁਰਦ ਲੜਾਕਿਆਂ ਦਾ ਹੱਥ ਹੋ ਸਕਦਾ ਹੈ। ਤਕਸੀਮ ਚੌਂਕ ਵੱਲ ਜਾਣ ਵਾਲੇ ਇਸਤਕਾਲ ਐਵਨਿਊ ਤੇ ਐਤਵਾਰ ਨੂੰ ਹੋਏ ਭਿਆਨਕ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਦਰਜਨਾਂ ਹੋਰ ਜ਼ਖਮੀ ਹੋ ਗਏ ਸਨ। ਅਨਾਦੋਲੂ ਅਖਬਾਰ ਏਜੰਸੀ ਨੇ ਸੋਇਲੂ ਦੇ ਹਵਾਲੇ ਨਾਲ ਕਿਹਾ, ਜਿਸ ਵਿਅਕਤੀ ਨੇ ਬੰਬ ਰੱਖਿਆ ਸੀ ਉਸ ਨੂੰ ਸਾਡੇ ਇਸਤਾਂਬੁਲ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਕੁਝ ਦੇਰ ਪਹਿਲਾਂ ਹਿਰਾਸਤ 'ਚ ਲੈ ਲਿਆ। ਸੋਇਲੂ ਨੇ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ, ਪਰ ਉਹਨਾਂ ਨੇ ਦੱਸਿਆ ਕਿ 21 ਹੋਰ ਲੋਕਾਂ ਨੇ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਹੁਣ ਤੱਕ ਮਿਲੇ ਸਬੂਤ ਕੁਰਦਿਸਤਾਨ ਵੌਕਸ ਪਾਰਟੀ ਤੇ ਉਸਦੇ ਸੀਰੀਆਈ ਧੜੇ PYD ਵੱਲ ਇਸ਼ਾਰਾ ਕਰਦੇ ਨੇ। ਅਮਰੀਕੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਉਡਾਣਾਂ ਰੱਦ ਹੋਣ ਜਾਂ ਉਹਨਾਂ ਦੇ ਪ੍ਰੋਗਰਾਮ ਵਿੱਚ ਬਦਲਾਅ ਤੋਂ ਪ੍ਰਭਾਵਿਤ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ 'ਚ ਦੇਰੀ ਲਈ ਏਅਰ ਇੰਡੀਆ ਤੇ $14 ਲੱਖ ਦਾ ਜੁਰਮਾਨਾ ਲਗਾਇਆ ਹੈ। US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਸੋਮਵਾਰ ਨੂੰ ਕਿਹਾ
ਕਿ 에ਅਰ ਇੰਡੀਆ ਉਹਨਾਂ 6 에ਅਰਲਾਈਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਯਾਤਰੀਆਂ ਨੂੰ ਰਿਫੰਡ ਦੇ ਰੂਪ ਵਿੱਚ ਕੁੱਲ 60 ਕਰੋੜ ਡਾਲਰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। 에ਅਰ ਇੰਡੀਆ ਨੂੰ ਵੀ 12.15 ਕਰੋੜ ਡਾਲਰ ਵਾਪਸ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ 에ਅਰ ਇੰਡੀਆ ਦਾ ਯਾਤਰੀਆਂ ਦੀ ਬੇਨਤੀ ਤੇ ਰਿਫੰਡ ਦਾ ਪ੍ਰਬੰਧ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀਆਂ ਨੀਤੀਆਂ ਦੇ ਉਲਟ ਹੈ। ਅਮਰੀਕੀ ਸਰਕਾਰ ਨੇ ਇਹ ਨਿਯਮ ਬਣਾਇਆ ਹੈ ਕਿ ਜੇਕਰ ਕੋਈ ਫਲਾਈਟ ਰੱਦ ਜਾਂ ਬਦਲੀ ਜਾਂਦੀ ਹੈ ਤਾਂ 에ਅਰਲਾਈਨਸ ਨੂੰ ਕਾਨੂੰਨੀ ਤੌਰ ਤੇ ਯਾਤਰੀਆਂ ਦੇ ਟਿਕਟ ਦੇ ਪੈਸੇ ਵਾਪਸ ਕਰਨੇ ਹੋਣਗੇ। ਵਿਭਾਗੀ ਜਾਂਚ ਵਿੱਚ ਪਾਇਆ ਗਿਆ ਹੈ ਕਿ 에ਅਰ ਇੰਡੀਆ ਨੇ ਰਿਫੰਡ ਦੀਆਂ ਅੱਧੇ ਤੋਂ ਜ਼ਿਆਦਾ ਅਰਜ਼ੀਆਂ ਤੇ ਕਾਰਵਾਈ ਕਰਨ 'ਚ ਨਿਰਧਾਰਤ 100 ਤੋਂ ਜ਼ਿਆਦਾ ਦਿਨ ਲਗਾਏ ਨੇ। ਰਿਫੰਡ ਵਿੱਚ ਦੇਰੀ ਦੇ ਇਹ ਮਾਮਲੇ ਟਾਟਾ ਸਮੂਹ ਦੇ ਹੱਥੋਂ 에ਅਰ ਇੰਡੀਆ ਦੀ ਪ੍ਰਾਪਤੀ ਤੋਂ ਪਹਿਲਾਂ ਦੇ ਨੇ ਔਰ 에ਅਰ ਇੰਡੀਆ ਤੋਂ ਇਲਾਵਾ ਫਰੰਟੀਅਰ, ਟੀਏਪੀ, ਪੁਰਤਗਾਲ, ਏਰੋ ਮੈਕਸੀਕੋ, IAI ਅਤੇ ਅਵਿਆਂਕਾ 에ਅਰਲਾਈਨਸ ਨੂੰ ਵੀ ਅਮਰੀਕੀ ਸਰਕਾਰ ਨੇ ਜੁਰਮਾਨਾ ਕੀਤਾ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।